ਸਾਡੀ ਨਗਰ ਨਿਗਮ ਹੈ ਉਹ ਪੂਰੀ ਤਰ੍ਹਾਂ ਫੇਲ ਹੋ ਗਈ। ਮਿਨਿਸਟਰ ਸਾਹਿਬ ਨਾਲ ਵੀ ਬੈਠ ਕੇ ਸਾਰੀਆਂ ਗੱਲਾਂ ਹੋ ਗਈਆਂ, ਉਹਨਾਂ ਨੇ ਅਪਰੂਵਲ ਵੀ ਦੇ ਦਿੱਤੀ ਕਿ ਤੁਸੀਂ ਨਗਰ ਨਿਗਮ ਦੇ ਹਾਊਸ ਦੇ ਵਿੱਚੋਂ ਮਤਾ ਪਾਸ ਕਰਕੇ ਲੈ ਆਓ, ਪੂਰਾ ਪਲਾਨ ਬਣਾ ਕੇ ਲੈ ਆਓ, ਬਲੂ ਪ੍ਰਿੰਟ ਬਣਾ ਕੇ ਲੈ ਆਓ, ਅਸੀਂ ਉਹਨੂੰ ਇੱਥੋਂ ਅਪਰੂਵਲ ਦੇ ਦੇਵਾਂਗੇ। ਬਹੁਤ ਵੱਡੀ ਨਲਾਇਕੀ ਆ ਸਾਡੇ ਨਗਰ ਨਿਗਮ ਦੇ ਅਫਸਰਾਂ ਦੀ ਕਿ ਇਹਨਾਂ ਸਕੀਮਾਂ ਨੂੰ ਅਸੀਂ ਬਣਾ ਕੇ ਹਜੇ ਤੱਕ ਮੇਰਾ ਖਿਆਲ ਹੈ ਕਿ ਕਿਸੇ ਸਿਰੇ ਹੀ ਨਹੀਂ ਲਾ ਸਕੇ। ਅੱਜ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਗੱਲਾਂ ਕੋੜੀਆਂ ਤੇ ਜ਼ਰੂਰ ਲੱਗਣਗੀਆਂ, ਪਰ ਇਹਦੇ ਰਿਜ਼ਲਟ ਆ ਜਿਹੜੇ ਇਹ ਬਹੁਤ ਜਲਦ ਬਿਹਤਰ ਆਉਣਗੇ। ਸੂਬੇ ਦੇ ਵਿੱਚ ਕਾਂਗਰਸ ਸਰਕਾਰ ਬਣਨ ਨੂੰ 3 ਸਾਲ ਪੂਰੇ ਹੋ ਚੁੱਕੇ ਨੇ, 2 ਸਾਲ ਦਾ ਸਮਾਂ ਰਹਿ ਗਿਆ। ਇਸ ਦੇ ਵਿੱਚ ਨਗਰ ਨਿਗਮ ਵੀ ਦੇ ਵਿੱਚ ਵੀ ਜਿਹੜੀ ਕਾਂਗਰਸ ਦੀ ਬਹੁਮਤ ਆਉਣ ਤੋਂ ਬਾਅਦ ਨਗਰ ਨਿਗਮ ਦੇ ਵਿੱਚ ਵੀ ਕਾਂਗਰਸ ਦਾ ਮੇਅਰ, ਫਿਰ ਵੀ ਇਸ ਦੇ ਜਿਹੜੇ ਸਮੇਂ ਸਿਰ ਵਿਧਾਇਕ ਜਿਹੜੇ ਨੇ ਇਹਨੇ ਥੋੜ੍ਹੇ ਸਮੇਂ ਦੇ ਵਿੱਚ ਵੀ ਜਿਹੜੀ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਵਾਲ ਚੁੱਕਦੇ ਨਜ਼ਰ ਆਏ ਨੇ। ਸਭ ਤੋਂ ਪਹਿਲਾਂ ਪ੍ਰਗਟ ਸਿੰਘ ਨੇ ਨਗਰ ਨਿਗਮ ਦੇ ਕਾਰਜ ਪ੍ਰਣਾਲੀ ਦੇ ਉੱਤੇ ਸਵਾਲ ਚਿੰਨ੍ਹ ਚੁੱਕੇ ਸਨ ਔਰ ਇੱਥੇ ਤੱਕ ਕਹਿ ਡਾਲਿਆ ਸੀ ਕਿ ਜਿਹੜੇ ਨਗਰ ਨਿਗਮ ਦੀ ਜਿਹੜੀ ਲੀਡਰਸ਼ਿਪ ਹੈ ਉਹ ਕਮਜ਼ੋਰ ਹੈ, ਅਫਸਰਸ਼ਾਹੀ ਨਗਰ ਨਿਗਮ ਦੀ ਲੀਡਰਸ਼ਿਪ 'ਤੇ ਭਾਰੀ ਹੈ। ਬੀਤੇ ਦਿਨੀ ਜਲੰਧਰ ਪੱਛਮੀ ਤੋਂ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਵੀ ਜਿਹੜਾ ਕਿ ਨਗਰ ਨਿਗਮ ਦੇ ਕਮਿਸ਼ਨਰਾਂ ਨੂੰ ਚੇਤਾਵਨੀ ਦੇ ਡਾਲੀ ਹੈ ਕਿ ਜੇ ਛੇਤੀ ਤੋਂ ਛੇਤੀ ਉਹਨਾਂ ਦੇ ਹਲਕੇ ਦੇ ਕੰਮ ਮੁਕੰਮਲ ਤਰੀਕੇ ਨਾਲ ਨਾ ਸ਼ੁਰੂ ਹੋਏ ਤੇ ਉਹ ਰੋਸ ਪ੍ਰਦਰਸ਼ਨ ਕਰਨਗੇ, ਉਸ ਦੇ ਖਿਲਾਫ ਜਾਣਗੇ। ਤੋ ਇਸ ਬਾਬਤ ਹੀ ਸਾਡੇ ਨਾਲ ਜਿਹੜਾ ਕਿ ਗੱਲ ਕਰਨ ਲਈ ਮੌਜੂਦ ਹਨ ਸੁਸ਼ੀਲ ਕੁਮਾਰ ਰਿੰਕੂ, ਜਿਹੜੇ ਜਲੰਧਰ ਪੱਛਮੀ ਤੋਂ ਵਿਧਾਇਕ ਨੇ। ਅਸੀਂ ਨਾਲ ਗੱਲਬਾਤ ਕਰਦੇ ਹਾਂ। ਸਰ, ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਔਰ ਜਿਹੜੀ ਨਗਰ ਨਿਗਮ ਦੇ ਵਿੱਚ ਜਿਹੜੀ ਮੈਜੋਰਟੀ ਹੈ ਉਹ ਕਾਂਗਰਸ ਦੀ ਹੈ, ਮੇਅਰ ਵੀ ਕਾਂਗਰਸ ਦਾ। ਫਿਰ ਵੀ ਸਮੇਂ ਸਿਰ ਜਿਹੜੇ ਵਿਧਾਇਕਾਂ ਨੂੰ ਵਿਧਾਇਕ ਜਿਹੜੇ ਹੈ ਕਾਂਗਰਸ ਦੇ ਵਿਧਾਇਕ ਹੀ ਜਿਹੜੇ ਨੇ ਨਜ਼ਰ ਆਉਂਦੇ ਨੇ, ਜਿਹੜੇ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਵਾਲ ਨਿਸ਼ਾਨ ਚੁੱਕਦੇ ਨੇ। ਪ੍ਰਗਟ ਸਿੰਘ ਜੀ ਨੇ ਸਭ ਤੋਂ ਪਹਿਲਾਂ ਜਿਹੜੇ ਨੇ ਵਿਧਾਇਕ ਜਲੰਧਰ ਕੈਂਟ ਤੋਂ ਨੇ, ਉਹਨਾਂ ਨੇ ਵੀ ਸਮੇਂ ਸਿਰ ਆਵਾਜ਼ ਚੁੱਕੀ ਆ। ਹੁਣ ਬੀਤੇ ਦਿਨ ਤੁਸੀਂ ਵੀ ਚੇਤਾਵਨੀ ਦਿੱਤੀ ਹੈ ਨਗਰ ਨਿਗਮ ਦੇ ਕਮਿਸ਼ਨਰ ਨੂੰ। ਕੀ ਕਾਰਨ ਹੈ ਕਿ ਜਿਹੜੀ ਆਪਣੀ ਹੀ ਸਰਕਾਰ ਦੇ ਹੁੰਦੇ ਹੋਏ, ਆਪਣੀ ਹੀ ਜਿਹੜੀ ਸਰਕਾਰ ਦੇ ਜਿਹੜੇ ਨਗਰ ਨਿਗਮ ਆਪਣਾ ਮੇਅਰ ਹੁੰਦੇ ਹੋਏ ਇੰਨਾ ਕਮਜ਼ੋਰ ਹੈ ਕਿ ਆਪਣੇ ਹੀ ਵਿਧਾਇਕਾਂ ਨੂੰ ਉਹਦੇ ਖਿਲਾਫ ਚੱਲਣਾ? ਦੇਖੋ, ਜਿੱਥੇ ਲੋਕ ਹਿੱਤ ਦੀ ਗੱਲ ਹੋਏਗੀ ਉਹਦੇ 'ਚ ਸਰਕਾਰ ਕੋਈ ਵੀ ਹੋਵੇ, ਉਹਦੇ ਵਿੱਚ ਲੋਕਾਂ ਦੀ ਆਵਾਜ਼ ਬੁਲੰਦ ਕਰਨਾ ਉਹ ਹਰ ਇੱਕ ਚੁਣੇ ਹੋਏ ਨੁਮਾਇੰਦੇ ਦਾ ਫਰਜ਼ ਬਣਦਾ, ਚਾਹੇ ਉਹ MC ਹੋਵੇ, MLA ਹੋਵੇ, MP ਹੋਵੇ। ਅਸੀਂ ਤਾਂ ਉਹੀ ਕੰਮ ਹੈ ਜਿਹੜਾ ਜਿੱਥੇ ਲੋਕ ਹਿੱਤ ਦੀ ਗੱਲ ਹੁੰਦੀ ਹੈ, ਜਦੋਂ ਵੀ ਪਿਛਲੇ ਸਮੇਂ 'ਚ ਵੀ ਲੋਕ ਹਿੱਤ ਦੀ ਆਵਾਜ਼ ਉਠਾਉਣ ਦਾ ਜਦੋਂ ਮੌਕਾ ਮਿਲਿਆ, ਚਾਹੇ ਉਹ ਘਰ ਢਾਣ ਦੀ ਕਾਰਵਾਈ ਹੋਵੇ, ਚਾਹੇ ਉਹ ਦੁਕਾਨਾਂ ਦੇ ਉੱਤੇ ਨੋਟਿਸ ਲਗਾਉਣ ਦੀ ਗੱਲ ਹੋਵੇ, ਚਾਹੇ ਉਹ ਦੁਕਾਨਾਂ ਢਾਣ ਦੀ ਗੱਲ ਹੋਵੇ, ਉਹਦੇ ਵਿੱਚ ਲੋਕਾਂ ਦੀ ਆਵਾਜ਼ ਆ ਜਿਹੜੀ ਉਹ ਸਿਸਟਮ ਤੱਕ ਉੱਪਰ ਤੱਕ ਪਹੁੰਚਾਉਣੀ ਬਹੁਤ ਜ਼ਰੂਰੀ ਹੈ। ਕਿਉਂਕਿ ਮੈਂ ਬਾਰ-ਬਾਰ ਜਦੋਂ ਤੋਂ MLA ਬਣੇ ਆ, ਇੱਕੋ ਗੱਲ ਕਿ ਰੈਵਨਿਊ ਜਿਹੜਾ ਕਿਸ ਤਰੀਕੇ ਨਾਲ ਇਕੱਠਾ ਕੀਤਾ ਜਾਣਾ ਚਾਹੀਦਾ, ਉਹਦੇ ਲਈ ਬਾਰ-ਬਾਰ ਚਰਚਾ ਜਿਹੜੀ ਨਗਰ ਨਿਗਮ ਦੇ ਨਾਲ ਹੁੰਦੀ ਸੀ। ਔਰ ਕਿਉਂਕਿ ਜਿਹੜਾ ਕੋਰ ਆਫ ਦਾ ਸਿਟੀ ਹੈ, ਜਿਹੜਾ ਪੁਰਾਣਾ ਸ਼ਹਿਰ ਹੈ, ਕਿਤੇ ਨਾ ਕਿਤੇ ਜਦੋਂ ਇਹ ਮਾਸਟਰ ਪਲਾਨ ਬਣਿਆ ਪਿਛਲੀ ਸਰਕਾਰ ਸਮੇਂ, ਤਾਂ ਉਸ ਮਾਸਟਰ ਪਲਾਨ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਰਹਿ ਗਈਆਂ ਬਣਨ ਦੇ ਵਿੱਚ। ਪਰ ਉਹਦੇ ਵਿੱਚ ਉਹਨਾਂ ਕਮੀਆਂ ਨੂੰ ਦੂਰ ਕਰਨ ਲਈ ਕਿਤੇ ਨਾ ਕਿਤੇ ਕੁਝ ਪ੍ਰੋਵੀਜ਼ਨ ਵੀ ਹੈ। ਮੈਂ ਚਾਹੁੰਦਾ ਸੀ ਕਿ ਉਹਨਾਂ ਪ੍ਰੋਵੀਜ਼ਨਾਂ ਦੇ ਉੱਤੇ ਚੱਲ ਕੇ ਅਸੀਂ ਉਹ ਜਿਹੜੀਆਂ ਕਮੀਆਂ ਉਹਦੇ 'ਚ ਰਹਿ ਗਈਆਂ ਉਹਨਾਂ ਨੂੰ ਅਸੀਂ ਫੁੱਲਫਿਲ ਕਰ ਸਕੀਏ। ਜਿਸ ਤਰੀਕੇ ਨਾਲ ਕਿ ਬਹੁਤ ਸਾਰੀਆਂ ਛੋਟੀਆਂ ਸੜਕਾਂ ਜਿੱਥੇ ਨਕਸ਼ੇ ਪਾਸ ਨਹੀਂ ਹੁੰਦੇ ਕਮਰਸ਼ੀਅਲ ਦੁਕਾਨਾਂ ਦੇ, ਉਹਨਾਂ ਲਈ ਅਸੀਂ ਕੋਈ ਨਾ ਕੋਈ ਐਸੀ ਪਾਲਿਸੀ ਤਿਆਰ ਕਰ ਦਈਏ ਕਿ ਉਹਨਾਂ ਦੇ ਨਕਸ਼ੇ ਵੀ ਪਾਸ ਹੋਣ, ਲੋਕ ਦੁਕਾਨਾਂ ਵੀ ਬਣਾ ਲੈਣ ਔਰ ਗੌਰਮੈਂਟ ਨੂੰ, ਸਰਕਾਰ ਨੂੰ, ਨਗਰ ਨਿਗਮ ਨੂੰ ਉਹਦਾ ਰੈਵਨਿਊ ਵੀ ਮਿਲਦਾ ਰਹੇ, ਜਿਹਦੇ ਨਾਲ ਕਿ ਦੋਨੋਂ ਪਾਸੇ ਲੋਕਾਂ ਦਾ ਕੰਮ ਵੀ ਚੱਲਦਾ ਰਹੇ ਔਰ ਨਗਰ ਨਿਗਮ ਦੇ ਖਜ਼ਾਨੇ 'ਚ ਪੈਸੇ ਆਉਂਦੇ ਰਹਿਣ। ਇਹੋ ਜਿਹੀ ਪਾਲਿਸੀ ਜਿਹੜੀ ਮੈਂ ਬਣਵਾਉਣਾ ਚਾਹੁੰਦਾ ਸੀ, ਪਰ ਉਹਦੇ ਵਿੱਚ ਵੀ ਜਿਹੜਾ ਸਾਡੀ ਨਗਰ ਨਿਗਮ ਹੈ ਉਹ ਪੂਰੀ ਤਰ੍ਹਾਂ ਫੇਲ ਹੋ ਗਈ। ਮਿਨਿਸਟਰ ਸਾਹਿਬ ਨਾਲ ਵੀ ਬੈਠ ਕੇ ਸਾਰੀਆਂ ਗੱਲਾਂ ਹੋ ਗਈਆਂ, ਉਹਨਾਂ ਨੇ ਅਪਰੂਵਲ ਵੀ ਦੇ ਦਿੱਤੀ ਕਿ ਤੁਸੀਂ ਨਗਰ ਨਿਗਮ ਦੇ ਹਾਊਸ ਦੇ ਵਿੱਚੋਂ ਮਤਾ ਪਾਸ ਕਰਕੇ ਲੈ ਆਓ, ਪੂਰਾ ਪਲਾਨ ਬਣਾ ਕੇ ਲੈ ਆਓ, ਬਲੂ ਪ੍ਰਿੰਟ ਬਣਾ ਕੇ ਲੈ ਆਓ, ਅਸੀਂ ਉਹਨੂੰ ਇੱਥੋਂ ਅਪਰੂਵਲ ਦੇ ਦੇਵਾਂਗੇ। ਪਰ ਬਹੁਤ ਵੱਡੀ ਨਲਾਇਕੀ ਆ ਸਾਡੇ ਨਗਰ ਨਿਗਮ ਦੇ ਅਫਸਰਾਂ ਦੀ ਕਿ ਇਹਨਾਂ ਸਕੀਮਾਂ ਨੂੰ ਅਸੀਂ
ਬਣਾ ਕੇ ਹਜੇ ਤੱਕ ਮੇਰਾ ਖਿਆਲ ਹੈ ਕਿ ਕਿਸੇ ਸਿਰੇ ਹੀ ਨਹੀਂ ਲਾ ਸਕੇ। ਔਰ ਉਸ ਤੋਂ ਨਾਲ ਸਫਾਈ ਦੀ ਗੱਲ ਜੇ ਮੈਂ ਕਰਾਂ, ਅੱਜ ਮੇਰੇ ਹਲਕੇ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗਲੀਆਂ, ਐਸੀਆਂ ਕਲੋਨੀਆਂ ਜਿੱਥੇ ਸੀਵਰੇਜ ਦਾ ਗੰਦਾ ਪਾਣੀ ਹੈ ਜਿਹੜਾ ਰੂਟੀਨ ਦੇ ਵਿੱਚ ਰਹਿੰਦਾ। ਉਹਦੇ ਕਰਕੇ ਪ੍ਰਸ਼ਾਸਨ ਨੂੰ ਬਾਰ-ਬਾਰ ਇੰਟੀਮੇਸ਼ਨ, ਕਈ ਤਰ੍ਹਾਂ ਦੇ ਜਿਹੜੀਆਂ ਵਾਰਨਿੰਗਾਂ ਕਹਿ ਲਓ, ਮੌਕੇ ਕਹਿ ਲਓ, ਦਿਖਾਤੇ, ਸਾਰਾ ਕੁਝ ਦਿਖਾਤਾ। ਉਹ ਲੋਕਾਂ ਦਾ ਗੁੱਸਾ ਬਣ ਕੇ ਇਹ ਗੱਲਾਂ ਜਿਹੜੀਆਂ ਨਿਕਲ ਰਹੀਆਂ। ਮੇਰਾ ਨਿੱਜੀ ਤੌਰ ਦੇ ਉੱਤੇ ਕਿਸੇ ਦੇ ਨਾਲ ਵੀ ਕੋਈ ਵਿਤਕਰਾ ਨਹੀਂ ਹੈ, ਕਿਸੇ ਨਾਲ ਕੋਈ ਗੱਲਬਾਤ ਨਹੀਂ ਹੈ। ਇਸੇ ਚੀਜ਼ ਨੂੰ ਲੈ ਕੇ ਪ੍ਰਗਟ ਸਿੰਘ ਜੀ ਉਹਨੇ ਵੀ ਕਈ ਵਾਰ ਸਵਾਲ ਚੁੱਕੇ ਨੇ, ਸਿਸਟਮ ਨੂੰ ਲੈ ਕੇ ਵੀ, ਸਿਸਟਮ ਦੀ ਕਾਰਜਪ੍ਰਣਾਲੀ ਨੂੰ ਲੈ ਕੇ ਵੀ ਚੁੱਕੇ ਨੇ। ਉਹਨੇ ਇੱਥੇ ਤੱਕ ਵੀ ਕਿਹਾ ਲੀਡਰਸ਼ਿਪ ਸਾਡੀ ਕਮਜ਼ੋਰ ਹੈ ਔਰ ਲੀਡਰਸ਼ਿਪ ਦੇ ਉੱਤੇ ਜਲੰਧਰ ਨਗਰ ਨਿਗਮ ਦੇ ਵਿੱਚ ਅਫਸਰਸ਼ਾਹੀ ਭਾਰੀ ਹੈ। ਤੁਹਾਡਾ ਕੀ ਕਹਿਣਾ ਸੀ? ਦੇਖੋ, ਜਦੋਂ ਕੰਮ ਦੇ ਪੋਜ਼ਿਟਿਵ ਰਿਜ਼ਲਟ ਨਜ਼ਰ ਆਉਣਗੇ ਤਾਂ ਉਦੋਂ ਲੀਡਰਸ਼ਿਪ ਕੁਆਲਿਟੀ ਵੀ ਨਜ਼ਰ ਆਏਗੀ। ਜੇ ਕੰਮ ਦੇ ਰਿਜ਼ਲਟ ਹੀ ਨਾ ਨਿਕਲਣਗੇ ਤਾਂ ਫਿਰ ਜਿਹੜੀਆਂ MLA ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ, ਇਹੋ ਜਿਹੀਆਂ ਗੱਲਾਂ ਤਾਂ ਹੁਣ ਤਾਂ ਸਾਰੇ ਸ਼ਹਿਰ ਦੇ ਵਿੱਚ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਹੋ ਰਹੀਆਂ। ਸੋ ਮੈਂ ਚਾਹੁੰਦਾ ਕਿ ਅਸੀਂ ਇਹਨਾਂ ਚੀਜ਼ਾਂ 'ਚੋਂ ਉੱਭਰ ਕੇ ਅਸੀਂ ਸਿਸਟਮ ਨੂੰ ਠੀਕ ਕਰੀਏ। ਜਿਹੜੇ ਲੋਕ ਜ਼ਿੰਮੇਵਾਰ ਬੈਠੇ ਆ ਇਹਨੂੰ ਚਲਾਉਣ ਲਈ, ਉਹ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਔਰ ਆਪਣਾ ਕੰਮ ਹੈ ਜਿਹੜਾ ਬਿਹਤਰ ਤਰੀਕੇ ਦੇ ਨਾਲ ਪਰਫਾਰਮੈਂਸ ਦੇ ਕੇ ਕਰਨ, ਤਾਂ ਕਿ ਜਿਹੜੇ ਲੋਕ ਆ ਉਹਨਾਂ ਨੂੰ ਜਿਹੜੀ ਇਹਨਾਂ ਚੀਜ਼ਾਂ ਤੋਂ ਰਾਹਤ ਮਿਲ ਸਕੇ। ਜਗਦੀਸ਼ ਰਾਜਾ ਜਿਹੜੇ ਕਿ ਪਿਛਲੇ ਕਾਫੀ 6 ਟਨਿਓਰ MC ਰਹੇ ਆ ਔਰ ਉਹਨਾਂ ਨੂੰ ਮੇਰਾ ਖਿਆਲ ਹੈ ਕਿ ਨਗਰ ਨਿਗਮ ਦੀ ਕਾਰਜ ਪ੍ਰਣਾਲੀ ਬਾਰੇ ਕਾਫੀ ਲੰਬਾ ਚੌੜਾ ਐਕਸਪੀਰੀਅੰਸ ਵੀ ਹੈ। ਔਰ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਆਪਣੇ ਐਕਸਪੀਰੀਅੰਸ ਦਾ ਫਾਇਦਾ ਲੈ ਕੇ ਸਾਰੇ ਸਿਸਟਮ ਨੂੰ ਜਿਹੜਾ ਚੈਨਲਾਈਜ਼ ਕਰਕੇ ਸਾਰਾ ਸਿਸਟਮ ਹੈ ਇਹ ਵਧੀਆ ਤਰੀਕੇ ਦੇ ਨਾਲ ਚਲਾਉਣਾ ਚਾਹੀਦਾ। ਲੋੜ ਮਹਿਸੂਸ ਕਰਦੇ ਹੋ ਜਾਂ ਲੋੜ ਮਹਿਸੂਸ ਹੁੰਦੀ ਹੈ ਕਿ ਲੀਡਰਸ਼ਿਪ ਜਿਹੜੀ ਨਗਰ ਨਿਗਮ ਦੇ ਵਿੱਚ ਜਿਹੜੀ ਹੈ ਦੀ ਜਿਹੜੀ ਲੀਡਰਸ਼ਿਪ ਹੈ ਉਸ ਦੇ ਵਿੱਚ ਬਦਲਾਅ ਹੋਣਾ ਚਾਹੀਦਾ, ਮੇਅਰ ਦੇ ਵਿੱਚ ਬਦਲਾਅ ਹੋਣਾ ਚਾਹੀਦਾ, ਕੋਈ ਵੀ ਮਹਿਸੂਸ ਕਰਦੇ? ਦੇਖੋ, ਮੈਂ ਚਾਹੁੰਦਾ ਮੇਅਰ 'ਚ ਬਦਲਾਅ ਹੋਣਾ ਚਾਹੀਦਾ। ਮੇਅਰ ਨੂੰ ਆਪਣੇ ਐਕਸ਼ਨ ਦੇ ਵਿੱਚ, ਆਪਣੀ ਨੀਤੀ ਦੇ ਵਿੱਚ ਬਦਲਾਅ ਕਰਨਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸਿਸਟਮ ਹੈ ਨਗਰ ਨਿਗਮ ਦਾ ਉਹ ਚਲਾਇਆ ਜਾਣਾ ਚਾਹੀਦਾ। ਬਾਰ-ਬਾਰ ਅਸੀਂ ਯੂਨੀਅਨਸ ਦੇ ਨਾਲ ਜਾਂ ਹੋਰ ਛੋਟੀਆਂ ਚੀਜ਼ਾਂ ਦੇ ਨਾਲ ਉਲਝ ਕੇ ਅਸੀਂ ਸ਼ਹਿਰ ਦਾ ਜਿਹੜਾ ਕੰਮ ਡਿਸਟਰਬ ਹੁੰਦਾ, ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਕੇ ਕਿਸ ਤਰੀਕੇ ਦੇ ਨਾਲ ਸਿਸਟਮ ਸਹੀ ਤਰੀਕੇ ਨਾਲ ਚੱਲੇ, ਕਿਉਂਕਿ ਇਹਨਾਂ ਦਾ ਆਪਣਾ ਕਾਫੀ ਲੰਬਾ ਚੌੜਾ ਐਕਸਪੀਰੀਅੰਸ ਆ ਪੁਰਾਣਾ ਸਮੇਂ ਦਾ। ਉਸ ਐਕਸਪੀਰੀਅੰਸ ਦਾ ਫਾਇਦਾ ਲੈ ਕੇ ਇਹਨਾਂ ਨੂੰ ਨਗਰ ਨਿਗਮ ਦੇ ਵਿੱਚ ਜਿਹੜੀ ਬਿਹਤਰ ਪਰਫਾਰਮੈਂਸ ਹੈ ਉਹ ਜਿਹੜੀ ਹੈ ਦੇਣੀ ਚਾਹੀਦੀ ਹੈ। ਔਰ ਅਫਸਰਾਂ ਨੂੰ ਜਿਹੜਾ ਕੰਮ ਦੇ ਕੇ ਉਹਨਾਂ ਤੋਂ ਕੰਮ ਲੈਣਾ ਚਾਹੀਦਾ ਔਰ ਇੱਕ ਵਧੀਆ ਜਿਹੜਾ ਸ਼ਹਿਰ ਆ ਉਹਦਾ ਨਿਰਮਾਣ ਹੋ ਸਕੇ, ਇਸ ਦਿਸ਼ਾ ਵਾਲੇ ਪਾਸੇ ਕੰਮ ਕਰਨਾ ਚਾਹੀਦਾ। ਮੈਂ ਫਿਰ ਦੁਬਾਰਾ ਇੱਕ ਸਵਾਲ ਉਹੀ ਪੁੱਛਣਾ, ਸਰਕਾਰ ਕਾਂਗਰਸ ਦੀ ਹੋਵੇ, ਨਗਰ ਨਿਗਮ ਦੇ ਵਿੱਚ ਬਹੁਮਤ ਕਾਂਗਰਸ ਦੀ ਹੋਵੇ, ਮੇਅਰ ਕਾਂਗਰਸ ਦਾ ਹੋਵੇ, ਵਿਧਾਇਕ ਜਿਹੜੇ ਹੈ ਉਹ ਵੀ ਕਾਂਗਰਸ ਦੇ ਹੋਣ, ਜਿਹੜੇ ਨਗਰ ਨਿਗਮ ਦੀ ਕਾਰਜਪ੍ਰਣਾਲੀ ਦੇ ਉੱਤੇ ਸਵਾਲ ਚੁੱਕਦੇ ਨੇ, ਨਗਰ ਨਿਗਮ ਨੂੰ ਫੇਲ ਕਹਿੰਦੇ ਨੇ, ਤੇ ਤੁਸੀਂ ਸਮਝ ਸਕਦੇ ਕਿ ਆਉਣ ਵਾਲੀ 2022 ਦੀ ਜਦੋਂ ਵੋਟਾਂ ਹੋਣਗੀਆਂ ਉਹਦੀ ਵੋਟ ਦੇ ਉੱਤੇ ਇਸ ਦਾ ਅਸਰ ਕਿੰਨਾ ਕੁ ਪਏਗਾ? ਇਹਦਾ ਸਾਡੇ ਕਹਿਣ ਦਾ ਉਹਦੇ ਉੱਤੇ ਪੋਜ਼ਿਟਿਵ ਅਸਰ ਪਏਗਾ, ਕਿਉਂਕਿ ਅੱਜ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਗੱਲਾਂ ਕੋੜੀਆਂ ਤੇ ਜ਼ਰੂਰ ਲੱਗਣਗੀਆਂ, ਪਰ ਇਹਦੇ ਰਿਜ਼ਲਟ ਆ ਜਿਹੜੇ ਇਹ ਬਹੁਤ ਜਲਦ ਬਿਹਤਰ ਆਉਣਗੇ। ਕਹਿੰਦੇ ਨਾ ਕਿ ਜਦੋਂ ਕਿਸੇ ਨੂੰ ਬਿਮਾਰੀ ਬੁਖਾਰ ਹੈ ਤਾਂ ਜਿਹੜੀ ਇਹਦੀ ਦਵਾਈ ਦਿੱਤੀ ਜਾਂਦੀ ਕੜਵੀ ਹੁੰਦੀ ਹੈ, ਪਰ ਜਿਹੜਾ ਉਹਦਾ ਆਰਾਮ ਲੱਗਦਾ ਨਾ ਬਾਅਦ ਚੋਂ, ਉਹਦੇ ਨਾਲ ਜਿਹੜੀ ਉਹਦੀ ਕੜਵਾਹਟ ਹੁੰਦੀ ਹੈ ਨਾ ਦਵਾਈ ਦੀ, ਉਹ ਦਵਾਈ ਖਾਣ ਵਾਲਾ ਉਹਨੂੰ ਭੁੱਲ ਜਾਂਦਾ। ਬਹੁਤ ਜਲਦੀ ਜਿਹੜੇ ਹਾਲਾਤ ਹੈ ਸੁਖਾਵੇਂ ਵੀ ਹੋਣਗੇ ਔਰ ਸ਼ਹਿਰ ਦੇ ਵਿੱਚ ਜਿਹੜਾ ਸਾਰਾ ਕੰਮ ਵੀ ਚੱਲੇਗਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਰੀਬ 100 ਕਰੋੜ ਰੁਪਈਆ ਜਿਹੜਾ ਉਹ ਸ਼ਹਿਰ ਦੇ ਵਿਕਾਸ ਦੇ ਲਈ ਸਾਰੇ ਵਿਧਾਇਕਾਂ ਨੂੰ ਜਿਹੜਾ ਉਹ ਉਹਨਾਂ ਨੂੰ ਪ੍ਰਾਇਓਰਟੀਆਂ ਬਣਾਉਣ ਲਈ ਉਹਨਾਂ ਨੇ ਕਿਹਾ ਔਰ ਸਾਡੇ ਸਾਰੇ ਹਲਕਿਆਂ ਦੇ ਵਿੱਚ ਪ੍ਰਾਇਓਰਟੀਆਂ ਬਣ ਕੇ ਜਾ ਚੁੱਕੀਆਂ ਔਰ ਬਹੁਤ ਜਲਦ ਉਹਦੀ ਅਪਰੂਵਲ ਆ ਕੇ ਸ਼ਹਿਰ ਦੇ ਵਿੱਚ ਜਿਹੜਾ ਲਹਿਰਾਂ ਬਹਿਰਾਂ ਹੋ ਜਾਣਗੀਆਂ, ਸਮਾਰਟ ਸਿਟੀ ਦਾ ਕੰਮ ਸ਼ੁਰੂ ਹੋ ਜਾਣਗੇ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਹੋ ਰਹੀਆਂ ਇਹ ਆਉਣ ਵਾਲੇ ਸਮੇਂ 'ਚ ਸਾਰੀਆਂ ਠੀਕ ਹੋ ਜਾਣਗੀਆਂ। ਜਿਹੜੀ ਸਰ ਤੁਸੀਂ ਦਵਾਈ ਦੀ ਗੱਲ ਕਰ ਰਹੇ ਹੋ, ਉਹ ਤੁਸੀਂ ਬੰਦ ਕਮਰੇ ਦੇ ਵਿੱਚ ਮੀਟਿੰਗ ਕਰਕੇ ਵੀ, ਮੰਤਰੀਆਂ ਨਾਲ ਬੈਠ ਕੇ ਵੀ, ਚੰਡੀਗੜ੍ਹ ਵੀ ਜਿਹੜਾ ਮੇਅਰ ਸਾਹਿਬ ਨੂੰ ਬੁਲਾਇਆ ਗਿਆ ਉਹਨਾਂ ਨਾਲ ਜਿਹੜੀ ਇਸ ਦੇ ਉੱਤੇ ਕਾਰਜ ਪ੍ਰਣਾਲੀ ਦੇ ਉੱਤੇ ਉਹਨੂੰ ਜਵਾਬਦੇਹੀ ਵੀ ਹੋਈ ਉਹਨਾਂ ਦੀ, ਤੇ ਤੁਹਾਨੂੰ ਲੱਗਦਾ ਹੈ ਕਿ ਹੁਣ
ਤੁਸੀਂ ਇਸ ਤੱਕ ਮਜਬੂਰ ਹੈ ਕਿ ਹੁਣ ਜਿਹੜਾ ਹੈ ਕਿ ਪਬਲਿਕ ਫਰੰਟ ਦੇ ਉੱਤੇ ਆ ਕੇ ਤੁਹਾਨੂੰ ਇਹ ਕਹਿਣਾ ਪੈ ਰਿਹਾ ਕਿ ਜਿਹੜੀ ਸਾਡੀ ਜਿਹੜੀ ਨਗਰ ਨਿਗਮ ਜਿਹੜੀ ਹੈਗੀ ਹੈ ਫੇਲ ਹੋ ਰਹੀ ਹੈ, ਆਪਣੀ ਸਰਕਾਰ ਦੀ ਜਿਹੜੀ ਹੈ ਕਾਂਗਰਸ ਪਾਰਟੀ ਦੀ ਹੀ ਜਿਹੜੀ ਬਹੁਮਤ ਵਾਲੀ ਜਿਹੜੀ ਨਗਰ ਨਿਗਮ ਆ ਉਹ ਫੇਲ ਹੋ ਰਹੀ ਹੈ? ਦੇਖੋ ਗੱਲ ਹੈ ਕਿ ਜੋ ਵੀ ਮੈਂ ਬੋਲਿਆ ਇਹ ਲੋਕਾਂ ਦੀ ਆਵਾਜ਼ ਆ, ਸ਼ਹਿਰ ਦੇ ਲੋਕਾਂ ਦੀ ਆਵਾਜ਼ ਨੂੰ ਮੈਂ ਉੱਥੋਂ ਤੱਕ ਪਹੁੰਚਾਇਆ। ਪਰ ਮੇਰਾ ਨਿੱਜੀ ਤੌਰ ਦੇ ਉੱਤੇ ਕਿਸੇ ਨਾਲ ਵੀ ਕੋਈ ਵਿਅਕਤੀਗਤ ਜਿਹੜੇ ਆ ਉਹ ਭੇਦਭਾਵ ਨਹੀਂ ਆ। ਸ਼ਹਿਰ ਦੇ ਲੋਕਾਂ ਦੀ ਗੱਲ ਕਰਨੀ, ਆਵਾਜ਼ ਪਹੁੰਚਾਉਣੀ ਜਿਹੜਾ ਉਹ ਸਾਡਾ ਅਖਲਾਕੀ ਫਰਜ਼ ਆ, ਔਰ ਲੋਕਾਂ ਦੇ ਕੰਮ ਕਰਾਣੇ ਉਹ ਜਿਹੜੇ ਆ ਉਹ ਸਾਨੂੰ ਆਉਂਦੇ ਆ। ਔਰ ਬਹੁਤ ਜਲਦ ਮੈਂ ਪਿਛਲੀਆਂ 4 ਟੈਨਿਓਰਾਂ ਦੇ ਵਿੱਚ ਲਗਾਤਾਰ ਨਗਰ ਨਿਗਮ ਦੇ ਵਿੱਚ ਕੰਮ ਕੀਤਾ, ਔਰ ਕਿਸ ਤਰੀਕੇ ਦੇ ਨਾਲ ਇਹ ਕੰਮ ਚਲਾਣੇ ਆ ਉਹਦਾ ਸਾਰਾ ਐਕਸਪੀਰੀਅੰਸ ਵੀ ਹੈ। ਔਰ ਆਉਣ ਵਾਲੇ ਸਮੇਂ 'ਚ ਸਾਰੀਆਂ ਚੀਜ਼ਾਂ ਅਸੀਂ ਬੈਠ ਕੇ ਸੈਟਲ ਡਾਊਨ ਕਰਕੇ ਸਾਰਾ ਕੰਮ ਚਲਾਵਾਂਗੇ। ਜਿਹੜੀ ਸਰ ਚੇਤਾਵਨੀ ਦਿੱਤੀ ਨਗਰ ਨਿਗਮ ਦੇ ਕਮਿਸ਼ਨਰ, ਚੇਤਾਵਨੀ ਦਾ ਕੀ ਟਾਈਮ ਪੀਰੀਅਡ ਹੈ, ਕਿੰਨੇ ਸਮੇਂ ਲਈ ਚੇਤਾਵਨੀ ਦਿੱਤੀ ਔਰ ਜਿਹੜਾ ਉਸ ਤੋਂ ਬਾਅਦ ਦਾ ਜਿਹੜਾ ਤੁਹਾਡਾ ਐਕਸ਼ਨ ਹੈ ਉਹ ਕਿੰਨੀ ਦੇਰ ਬਾਅਦ ਦਿਖੇਗਾ ਔਰ ਕੀ ਇਹਦਾ ਟਾਈਮ ਪੀਰੀਅਡ? 2-4 ਦਿਨਾਂ ਦੇ ਵਿੱਚ ਹੀ ਤੁਹਾਨੂੰ ਇਹਦਾ ਐਕਸ਼ਨ ਜ਼ਰੂਰ ਦਿਖੇਗਾ। ਔਰ ਇਹਦੇ ਲਈ ਉਸ ਸਾਈਡ ਤੋਂ ਕੀ ਉਪਰਾਲੇ ਹੋ ਰਹੇ ਆ, ਆਫੀਸਰ ਲੌਬੀ ਤੋਂ, ਨਗਰ ਨਿਗਮ ਤੋਂ ਕੀ ਹੋ ਰਿਹਾ, ਇਹਦੇ ਬਾਰੇ ਤਾਂ ਤੁਹਾਨੂੰ ਉਹੀ ਬਿਹਤਰ ਦੱਸ ਸਕਦੇ ਆ ਕਿ ਤੁਸੀਂ ਕੋਈ ਐਕਸ਼ਨ ਸ਼ੁਰੂ ਕੀਤੇ ਆ ਕਿ ਨਹੀਂ ਕੀਤੇ। ਇਹਦਾ ਜਵਾਬ ਤਾਂ ਉਹੀ ਦੇ ਸਕਦੇ ਆ। ਪਰ ਜਿਹੜੀਆਂ ਮੈਂ ਗੱਲਾਂ ਕੀਤੀਆਂ ਕਿ ਜੇ ਹਾਲਾਤ ਨਾ ਸੁਧਰੇ, ਜਿਹੜੀ ਗੱਲ ਮੈਂ ਕਹੀ ਆ ਉਹ ਇਨ ਬਿਨ ਜਿਹੜੀ ਆ ਗੱਲ ਜਿਹੜੀ ਅਸੀਂ ਪੂਰੀ ਕਰਾਂਗੇ। ਕਿੰਨੇ ਕੁ ਸਮੇਂ ਦੇ ਵਿੱਚ? ਸਮਾਂ ਤਾਂ ਨਹੀਂ ਮੈਂ ਦੱਸ ਸਕਦਾ, ਪਰ ਹੋਏਗਾ ਜ਼ਰੂਰ। ਨਹੀਂ, ਚੇਤਾਵਨੀ ਦਾ ਦਿੱਤਾ, ਫਿਰ ਟਾਈਮ ਬਾਉਂਡ ਤਾਂ ਕੁਝ ਕੀਤਾ ਕਿਹਾ ਹੋਣਾ ਕਿ ਇੰਨੇ ਸਮੇਂ ਦੇ ਤੱਕ ਜਿਹੜਾ ਕਿ ਕੰਮ ਹੋ ਜਾਣਾ ਚਾਹੀਦਾ ਜਾਂ ਕੰਮ ਸ਼ੁਰੂ ਹੋ ਜਾਣੇ ਚਾਹੀਦੇ, ਕੋਈ ਟਾਈਮ ਤਾਂ ਮਿੱਥਿਆ ਹੋਏਗਾ? ਟਾਈਮ ਦਿੱਤਾ ਜੀ, 2-4 ਦਿਨਾਂ ਦੇ ਵਿੱਚ ਉਹਨਾਂ ਨੂੰ ਕਿਹਾ ਇਹਨਾਂ ਨੂੰ ਐਕਸ਼ਨ ਸਹੀ ਕਰੋ, ਸਾਰਾ ਠੀਕ ਕਰੋ। ਇਸ ਦੇ ਨਾਲ ਸਰ ਨਜਾਇਜ਼ ਸ਼ਰਾਬ ਤਸਕਰੀ ਦਾ ਮਾਮਲਾ ਕਰੋਨਾ ਵਾਇਰਸ ਦੇ ਚੱਲਦਿਆਂ ਕਰਫਿਊ ਦੌਰਾਨ ਜਿਹੜਾ ਹੈ ਕਿ ਨਜਾਇਜ਼ ਸ਼ਰਾਬ ਤਸਕਰੀ ਜਿਹੜੀ ਹੈ ਸਾਹਮਣੇ ਆਈ ਸੀ। ਇਸ ਦੇ ਉੱਤੇ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸਿੱਟ ਬਣਾ ਦਿੱਤੀ ਗਈ ਸੀ। ਹੁਣ ਇਸ ਤੋਂ ਬਾਅਦ ਜਿਹੜਾ ਕਿ ਇਸ ਦੀ ਜਿਹੜੀ ਜਾਂਚ ਹੈਗੀ ਹੈ ਈਡੀ ਕੋਲ ਵੀ ਚਲੇ ਗਈ ਹੈ, ਈਡੀ ਨੇ ਵੀ ਇਸ ਦੇ ਉੱਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਤੁਹਾਡਾ ਕੀ ਕਹਿਣਾ ਸਰ ਕਿ ਇਹ ਇਸ ਦੇ ਇੱਕ ਪਾਸੇ ਕਰਫਿਊ ਸੀ, ਉਸ ਦੇ ਉੱਤੇ ਕਰਫਿਊ ਦੌਰਾਨ ਹੀ ਜਿਹੜਾ ਹੈ ਕਿ ਨਜਾਇਜ਼ ਸ਼ਰਾਬ ਦੀ ਤਸਕਰੀ ਹੋਈ ਹੈ? ਦੇਖੋ ਜਿਹੜੇ ਲੋਕ ਨਜਾਇਜ਼ ਸ਼ਰਾਬ ਦੀ ਤਸਕਰੀ ਕਰਦੇ ਆ ਉਹਨਾਂ ਦੇ ਉੱਤੇ ਨਕੇਲ ਕੱਸੀ ਜਾਣੀ ਚਾਹੀਦੀ ਹੈ। ਔਰ ਜਿਹੜੀ ਪਾਲਿਸੀ ਹੁਣ ਬਣੀ ਹੈ ਸ਼ਰਾਬ ਦੀ ਇਸ ਵੇਲੇ, ਮੈਂ ਤਾਂ ਬਾਰ-ਬਾਰ ਇਹੀ ਅਪੀਲ ਕਰਦਾ ਕਿ ਜਿਸ ਵੀ ਪੁਲਿਸ ਥਾਣੇ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਸ਼ਰਾਬ ਫੜੀ ਜਾਂਦੀ ਹੈ, ਸਾਰਿਆਂ ਨਾਲੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਉਹ ਸ਼ਰਾਬ ਆਈ ਕਿੱਥੋਂ ਹੈ। ਜੇ ਕਿਸੇ ਠੇਕੇਦਾਰ ਨੇ ਦੂਸਰੇ ਏਰੀਏ ਦੇ ਵਿੱਚ ਸਮਗਲ ਕਰਵਾਈ ਹੈ ਤਾਂ ਉਸ ਠੇਕੇਦਾਰ ਦੇ ਉੱਤੇ ਪਰਚਾ ਹੋਣਾ ਚਾਹੀਦਾ। ਜੇ ਉਹ ਸ਼ਰਾਬ ਕਿਸੇ ਡਿਸਟਿਲਰੀ ਦੇ ਵਿੱਚੋਂ ਇਲੀਗਲ ਤੌਰ ਤੇ ਨਿਕਲੀ ਹੈ ਤਾਂ ਉਸ ਡਿਸਟਿਲਰੀ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਜਿੰਨੀ ਦੇਰ ਤੱਕ ਤੁਸੀਂ ਵੱਡੇ ਲੋਕ ਜਿਹੜੇ ਸ਼ਰਾਬ ਦੀ ਤਸਕਰੀ ਦੇ ਵਿੱਚ ਸ਼ਾਮਲ ਹੈ, ਜਿੰਨੀ ਦੇਰ ਤੱਕ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਹੋਏਗਾ, ਇਹ ਸ਼ਰਾਬ ਦੀ ਜਿਹੜੀ ਤਸਕਰੀ ਹੈ ਇਹ ਇਸੇ ਤਰੀਕੇ ਨਾਲ ਚੱਲਦੀ ਰਹੇਗੀ। ਜਿਹੜੇ ਲੋਕ ਇਹਦੇ 'ਚ ਜ਼ਿੰਮੇਵਾਰ ਹੈ, ਜਿਹੜੀ ਜੜ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹਨਾਂ ਦੇ ਉੱਤੇ ਜਿਹੜਾ ਐਕਸ਼ਨ ਹੈ ਜ਼ਰੂਰ ਹੋਣਾ ਚਾਹੀਦਾ। ਸਰ ਝੋਨਾ ਬੀਜ ਘੁਟਾਲਾ ਵੀ ਸਾਹਮਣੇ ਆਇਆ ਸੀ ਸਰ, ਉਸ ਦੇ ਉੱਤੇ ਵੀ ਸਿੱਟ ਬਣਾ ਦਿੱਤੀ ਗਈ ਸੀ। ਨਜਾਇਜ਼ ਸ਼ਰਾਬ ਤਸਕਰੀ ਦੇ ਉੱਤੇ ਵੀ ਸਿੱਟ ਬਣਾ ਦਿੱਤੀ ਗਈ ਸੀ ਤੇ ਜਿਹੜਾ ਕਿ ਝੋਨਾ ਬੀਜ ਘੁਟਾਲੇ ਦੇ ਉੱਤੇ ਵੀ ਸਿੱਟ। ਇਹ ਸਿੱਟ ਕਿੰਨੀ ਕੁ ਕਾਮਯਾਬ ਹੁੰਦੀ ਹੈ, ਕਿੰਨਾ ਕਿ ਇਹ ਤੁਹਾਨੂੰ ਲੱਗਦਾ ਹੈ ਕਿ ਇਹ ਮੁਕੰਮਲ ਜਿਹੜੀ ਆਪਣੀ ਜਾਂਚ ਮੁਕੰਮਲ ਸਮੇਂ ਦੇ ਵਿੱਚ ਪੂਰੀ ਕਰ ਪਾਉਣਗੇ ਔਰ ਸਹੀ ਜਿਹੜਾ ਹੈ ਕਿ ਜਾਂਚ ਕਰਕੇ ਜਿਹੜੇ ਹੈ ਕਿ ਨਤੀਜੇ ਦੇਣਗੇ? ਦੇਖੋ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਕੋਈ ਕ੍ਰਾਈਮ ਹੁੰਦਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਘੁਟਾਲਾ ਕਪਲਾ ਹੁੰਦਾ, ਉਹਦੇ ਲਈ ਕੋਈ ਨਾ ਕੋਈ ਜਾਂਚ ਏਜੰਸੀ ਕਿਸੇ ਨਾ ਕਿਸੇ ਸਿਸਟਮ ਨੂੰ ਬਣਾ ਕੇ ਉਹਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹਦੇ ਵਿੱਚ ਉਹ ਚੀਜ਼ਾਂ ਸਾਰੀਆਂ ਦਰਿਆਫਤ ਕਰਕੇ ਉਹਦੇ ਵਿੱਚ ਸਹੀ ਗਲਤ ਦਾ ਜਿਹੜਾ ਨਤਾਰਾ ਉਹ ਕਰਨਗੇ। ਔਰ ਜੋ ਸਿੱਟ ਬਣਾਈ ਗਈ ਹੈ, ਚਾਹੇ ਉਹ ਬੀਜ ਘੁਟਾਲੇ ਨੂੰ ਲੈ ਕੇ ਆ, ਚਾਹੇ ਦੂਸਰੀਆਂ ਚੀਜ਼ਾਂ ਨੂੰ ਲੈ ਕੇ ਆ, ਇਹਦੇ ਜਿਹੜੇ ਜਦੋਂ ਰਿਜ਼ਲਟ ਆਉਣਗੇ ਉਹਦੇ ਉੱਤੇ ਕਾਰਵਾਈ ਹੈ ਜਿਹੜੀ ਜ਼ਰੂਰ ਹੋਏਗੀ। ਵਿਧਾਇਕ ਪ੍ਰਗਟ ਸਿੰਘ ਜੀ ਹੁਣਾਂ ਦਾ ਇਹ ਕਹਿਣਾ ਹੈ ਕਿ ਜਿਹੜੀ ਸਿੱਟ ਨੇ ਉਹਨਾਂ ਦੇ ਉੱਤੇ ਇੱਕ ਟਾਈਮ ਬਾਉਂਡ ਇਨਵੈਸਟੀਗੇਸ਼ਨ ਦੀ ਉਹ ਮਿੱਥ ਜਾਣੇ ਚਾਹੀਦੇ ਕਿ 10 ਤੋਂ 15 ਦਿਨ ਦੇ ਵਿੱਚ ਹੀ ਜਾਂਚ ਮੁਕੰਮਲ ਹੋ ਕੇ ਜਿਹੜੇ ਉਸ ਨਤੀਜੇ ਸਾਹਮਣੇ ਲਿਆਉਣ, ਕਿਉਂਕਿ ਪਹਿਲਾਂ ਵੀ ਸਿੱਟ ਬਹੁਤ ਬਣੀਆਂ ਜਿਹੜਾ ਹਾਲੇ ਤੱਕ ਜਿਸ ਦੇ ਕੋਈ ਨਤੀਜੇ ਸਾਹਮਣੇ ਨਹੀਂ ਆਏ। ਤਾਂ ਅੱਜ ਕੀ ਤੁਸੀਂ ਉਹਨਾਂ ਦੇ ਇਸ ਗੱਲ ਨਾਲ ਸਹਿਮਤ? ਨਹੀਂ, ਮੈਂ ਬਿਲਕੁਲ ਇਹ ਗੱਲ ਠੀਕ ਹੈ ਕਿ ਜਿਹੜੀ ਵੀ ਕੋਈ ਇਨਕੁਆਇਰੀ ਹੁੰਦੀ ਹੈ ਉਹਦੀ ਟਾਈਮ ਲਿਮਿਟ ਤਾਂ ਜ਼ਰੂਰੀ ਹੋਣੀ ਚਾਹੀਦੀ ਹੈ, ਤਾਂ ਕਿ ਅਸੀਂ ਜਿਹੜੀ ਡਿਲੀਵਰੀ ਹੈ ਉਹ
ਤਰੀਕੇ ਨਾਲ ਦੇ ਸਕੀਏ। ਜੇ ਅਸੀਂ ਸਿਸਟਮ ਦੇ ਵਿੱਚ ਸਹੀ ਚੀਜ਼ਾਂ ਟਾਈਮ ਨਾਲ ਡਿਲੀਵਰੀ ਨਾ ਕਰ ਪਾਵਾਂਗੇ ਤਾਂ ਉਹਦਾ ਜਿਹੜਾ ਨੈਗੇਟਿਵ ਇੰਪੈਕਟ ਹੈ ਜਿਹੜਾ ਉਹ ਪਬਲਿਕ ਦੇ ਵਿੱਚ ਜਾਂਦਾ। ਸੋ ਮੈਂ ਵੀ ਇਹ ਅਪੀਲ ਕਰਾਂਗਾ ਕਿ ਜਿਹੜੀ ਇਹ ਸਿੱਟ ਬਣੀ ਹੈ ਬੀਜ ਘੁਟਾਲੇ ਨੂੰ ਲੈ ਕੇ ਜਾਂ ਦੂਸਰੀਆਂ ਚੀਜ਼ਾਂ ਨੂੰ ਲੈ ਕੇ, ਇਹਦੀ ਟਾਈਮ ਬਾਉਂਡ ਜਿਹੜੀ ਇਨਕੁਆਇਰੀ ਹੈ ਇਹ ਜ਼ਰੂਰ ਹੋਣੀ ਚਾਹੀਦੀ ਹੈ। ਕਿਸਾਨਾਂ ਨੇ ਝੋਨਾ ਲਗਾਉਣਾ ਤਾਂ ਸ਼ੁਰੂ ਕਰਤਾ, ਝੋਨੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ, ਪਰ ਕਿਸਾਨਾਂ ਦੇ ਵਿੱਚ ਜਿਹੜਾ ਹੈ ਕਿ ਝੋਨਾ ਬੀਜ ਘੁਟਾਲੇ ਨੂੰ ਲੈ ਕੇ ਹਲ ਜਿਹੜਾ ਕਿ ਡਰ ਵੇਖਣ ਨੂੰ ਮਿਲ ਰਿਹਾ। ਉਹਨਾਂ ਦਾ ਕਹਿਣਾ ਸੀ ਝੋਨੇ ਦੇ ਜਿਹੜੀ ਬਿਜਾਈ ਤਾਂ ਸ਼ੁਰੂ ਕਰ ਦਿੱਤੀ ਹੈ, ਪਰ ਸਾਨੂੰ ਇਸ ਚੀਜ਼ ਦਾ ਖਦਸ਼ਾ ਹੈ ਕਿ ਕੱਲ੍ਹ ਨੂੰ ਜਿਹੜਾ ਹੈ ਕਿ ਜਦੋਂ ਫਸਲ ਆਵੇਗੀ ਤਾਂ ਸਾਡੀ ਕੀ ਫਸਲ ਠੀਕ ਹੋਏਗੀ ਜਾਂ ਕਿਤੇ ਬੀਜ ਜਿਹੜਾ ਉਹ ਘੁਟਾਲੇ ਵਾਲਾ ਤਾਂ ਨਹੀਂ ਕਿਤੇ ਸਾਡੇ ਕੋਲ ਹੋਏਗਾ। ਇਸ ਚੀਜ਼ ਦਾ ਜਿਹੜਾ ਖਦਸ਼ਾ ਕਿਸਾਨਾਂ ਦੇ ਮਨ 'ਚ ਇਸ ਦਾ ਖਦਸ਼ਾ ਵੀ ਅਤੇ ਡਰ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ। ਦੇਖੋ SIT ਜਿਹੜੀ ਬਣੀ ਹੈ ਉਹ ਇਸ ਗੱਲ ਦੀ ਇਨਕੁਆਇਰੀ ਕਰ ਰਹੀ ਹੈ ਕਿ ਕਿਸ ਏਜੰਸੀ ਨੇ ਬੀਜ ਗਲਤ ਜਿਹੜਾ ਕੁਆਲਿਟੀ ਦਾ ਪ੍ਰੋਡਿਊਸ ਕੀਤਾ ਔਰ ਕਿਹੜੇ ਕਿਸਾਨਾਂ ਨੂੰ ਉਹ ਵੇਚਿਆ। ਜੇ ਵਾਕਈ ਇਦਾਂ ਦੀ ਕੋਈ ਗੱਲ ਨਿਕਲ ਕੇ ਕੱਲ੍ਹ ਨੂੰ ਸਾਹਮਣੇ ਆਉਂਦੀ ਹੈ ਕਿ ਉਸ ਬੀਜ ਦੇ ਨਾਲ ਕਿਸਾਨਾਂ ਦਾ ਜਿਹੜਾ ਝਾੜ ਘਟ ਗਿਆ ਜਾਂ ਫਸਲ ਦੀ ਕੁਆਲਿਟੀ ਘਟ ਗਈ, ਤਾਂ ਮੈਂ ਸਮਝਦਾ ਕਿ ਉਹਦੇ ਵਿੱਚ ਜਿਹੜੇ ਜ਼ਿੰਮੇਵਾਰ ਲੋਕ ਹੈ ਉਸ ਸਿਸਟਮ ਦੇ ਵਿੱਚ, ਉਹਨਾਂ ਦੇ ਉੱਤੇ ਜਿਹੜਾ ਐਕਸ਼ਨ ਹੈ, ਕੜਾ ਐਕਸ਼ਨ ਹੈ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਮੇਰੇ ਹਲਕੇ ਦੇ ਵਿੱਚ ਖੇਤ ਤਾਂ ਨਹੀਂ ਹੈ, ਪਰ ਜਿਹੜੀ ਗੱਲ ਜੈਨੂਅਨ ਹੈ ਉਹ ਗੱਲ ਹੋਣੀ ਚਾਹੀਦੀ ਹੈ ਕਿ ਜੇ ਵਾਕਈ ਬੀਜ ਦਾ ਘੁਟਾਲਾ ਹੋਇਆ, ਗਲਤ ਬੀਜ ਕਿਸਾਨਾਂ ਨੂੰ ਦਿੱਤਾ ਗਿਆ ਔਰ ਉਸ ਬੀਜ ਕਰਕੇ ਕਿਸਾਨਾਂ ਦਾ ਨੁਕਸਾਨ ਹੋਇਆ, ਤਾਂ ਉਹਦੇ ਉੱਤੇ ਇੱਕ ਵੱਡਾ ਐਕਸ਼ਨ ਹੈ ਜਿਹੜਾ ਉਹ ਲੈਣਾ ਜਿਹੜਾ ਜ਼ਰੂਰ ਬਣਦਾ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਾ ਹੋ ਸਕਣ। ਇਹ ਸਨ ਸਾਡੇ ਨਾਲ ਜਲੰਧਰ ਪੱਛਮੀ ਤੋਂ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਜੀ। ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਜੀ ਵੱਲੋਂ ਬਤੌਰ ਕੈਬਨਿਟ ਮੰਤਰੀ ਹੁੰਦੇ ਮੰਤਰੀ ਆਪਣੇ ਹੀ ਮੰਤਰੀ ਮੰਡਲ ਤੇ ਆਪਣੀ ਹੀ ਸਰਕਾਰ ਦੀ ਕਾਰਜ ਪ੍ਰਣਾਲੀ ਦੇ ਉੱਤੇ ਸਵਾਲ ਚੁੱਕੇ ਗਏ ਸਨ। ਉਸ ਤੋਂ ਬਾਅਦ ਪ੍ਰਗਟ ਸਿੰਘ ਸਮੇਂ-ਸਮੇਂ ਤੇ ਆਪਣੀ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਔਰ ਜਲੰਧਰ ਨਗਰ ਨਿਗਮ ਦੀ ਜਿਹੜੇ ਕਿ ਸਿਸਟਮ ਦੀ ਕਾਰਜ ਪ੍ਰਣਾਲੀ ਦੇ ਉੱਤੇ ਜਿਹੜਾ ਹੈ ਕਿ ਸਵਾਲ ਚੁੱਕਦੇ ਨਜ਼ਰ ਆਉਂਦੇ ਸਨ। ਤੇ ਇਸ ਦੇ ਵਿੱਚ ਹੀ ਜਿਹੜਾ ਹੈ ਕਿ ਇੱਕ ਹੋਰ ਜਿਹੜੇ ਵਿਧਾਇਕ ਜਿਹੜੇ ਨੇ ਇਸ ਕੜੀ ਦੇ ਵਿੱਚ ਜਿਹੜੀ ਇਸ ਕਤਾਰ ਦੇ ਵਿੱਚ ਜੁੜ ਗਏ ਨੇ, ਉਹ ਜਲੰਧਰ ਪੱਛਮੀ ਦੇ ਜਿਹੜੇ ਵਿਧਾਇਕ ਨੇ ਸੁਸ਼ੀਲ ਕੁਮਾਰ ਰਿੰਕੂ ਜੀ। ਕਾਂਗਰਸ ਦੇ ਹੀ ਮੰਤਰੀ, ਕਾਂਗਰਸ ਦੇ ਹੀ ਵਿਧਾਇਕ ਆਪਣੀ ਹੀ ਸਰਕਾਰ ਤੇ ਆਪਣੀ ਹੀ ਪਾਰਟੀ ਦੀ ਬਹੁਮਤ ਵਾਲੀ ਨਗਰ ਨਿਗਮ ਦੇ ਜਿਹੜੀ ਨਗਰ ਨਿਗਮ ਹੈ ਉਸ ਦੇ ਉੱਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ। ਆਪਣੀ ਹੀ ਪਾਰਟੀ ਦੀ ਬਹੁਮਤ ਵਾਲੀ ਨਗਰ ਨਿਗਮ ਨੂੰ ਫੇਲ ਦੱਸਦੇ ਵੀ ਨਜ਼ਰ ਆ ਰਹੇ ਨੇ। ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੀ 2022 ਦੀ ਜਿਹੜੀ ਆਉਣ ਵਾਲੀ ਜਿਹੜੀ ਚੋਣਾਂ ਨੇ ਉਸ ਦੇ ਵਿੱਚ ਇਸ ਦਾ ਅਸਰ ਕਾਂਗਰਸ ਪਾਰਟੀ ਦੀ ਵੋਟ ਬੈਂਕ ਦੇ ਉੱਤੇ ਕਿੰਨਾ ਪੈਂਦਾ ਹੈ। ਬਹਰਹਾਲ ਜਿਹੜਾ ਕਿ ਜਲੰਧਰ ਪੱਛਮੀ ਦੇ ਜਿਹੜੇ ਵਿਧਾਇਕ ਨੇ ਸੁਸ਼ੀਲ ਕੁਮਾਰ ਰਿੰਕੂ ਜੀ, ਉਹਨਾਂ ਦਾ ਇਹ ਕਹਿਣਾ ਕਿ ਅਸੀਂ ਜਿਹੜੀ ਆਵਾਜ਼ ਚੁੱਕ ਰਹੇ ਹਾਂ ਇਹ ਦਵਾਈ ਦਾ ਕੰਮ ਕਰੇਗੀ। ਹੁਣ ਵੇਖਣਾ ਇਹ ਹੋਏਗਾ ਕਿ ਇਹ ਦਵਾਈ ਦਾ ਕੰਮ ਕਰਦੀ ਹੈ ਜਾਂ ਨਹੀਂ। ਚਿਰਾਗ ਸ਼ਰਮਾ, ਅਜੀਤ ਵੈਬ TV, ਜਲੰਧਰ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ TV ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ TV ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ TV ਦੇ ਨਾਲ।